हाँ जी, अपना टॉपिक है MIS सिस्टम इन बैंकिंग, मैनेजमेंट इनफॉर्मेशन सिस्टम इन बैंकिंग। ਤਾਂ ਪਹਿਲਾਂ ਆਪਾਂ ਇਹ ਚੀਜ਼ ਸਮਝਦੇ ਹਾਂ ਕਿ ਜਿਹੜਾ ਬੈਂਕ ਹੈ, ਬੈਂਕ ਨੂੰ ਕਿਵੇਂ ਕੈਟੇਗਰਾਈਜ਼ ਕੀਤਾ ਗਿਆ। ਤਾਂ ਜਿਹੜੀ ਟੋਪ ਏਪੈਕਸ ਬੋਡੀ ਹੈ ਉਹ ਆਪਣੇ ਕੋਲ ਹੈ ਰਿਜ਼ਰਵ ਬੈਂਕ ਆਫ ਇੰਡੀਆ। ਉਹਦੇ ਅੰਡਰ ਦੇਖੋ, ਫਸਟ ਹੈ ਆਪਣੇ ਕੋਲ ਕਮਰਸ਼ੀਅਲ ਬੈਂਕ, ਸੈਕਿੰਡ ਹੈ ਕੋਆਪਰੇਟਿਵ ਬੈਂਕ, ਥਰਡ ਹੈ ਡਿਵੈਲਪਮੈਂਟ ਬੈਂਕ। ਠੀਕ ਹੈ, ਕਮਰਸ਼ੀਅਲ ਬੈਂਕ ਨੂੰ ਫਰਦਰ ਕਿਵੇਂ ਡਿਵਾਈਡ ਕੀਤਾ ਗਿਆ। ਕਮਰਸ਼ੀਅਲ ਬੈਂਕ ਇੱਕ ਹੈ ਨੈਸ਼ਨਲਾਈਜ਼ਡ ਬੈਂਕ, ਇੱਕ ਹੈ ਪ੍ਰਾਈਵੇਟ ਬੈਂਕ। ਠੀਕ ਹੈ, ਉਸ ਤੋਂ ਬਾਅਦ ਕੋਆਪਰੇਟਿਵ ਬੈਂਕ ਨੂੰ ਫਰਦਰ ਡਿਵਾਈਡ ਕੀਤਾ ਗਿਆ ਸ਼ੋਰਟ ਟਰਮ ਕ੍ਰੈਡਿਟ ਤੇ ਲੌਂਗ ਟਰਮ ਕ੍ਰੈਡਿਟ। ਠੀਕ ਹੈ, ਦੈਨ ਜੇ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਦੇਖੋ ਤਾਂ ਜਿਹੜੇ ਆਪਣੇ ਕੋਲ ਇਸ ਤੋਂ ਬਾਅਦ ਕੀ ਹੈ, ਜਿਹੜੇ ਆਪਣੇ ਕੋਲ ਫਰਦਰ ਕੀ ਹੈ, ਸ਼ੋਰਟ ਟਰਮ ਕ੍ਰੈਡਿਟ ਬੈਂਕਸ ਨੂੰ ਦੋ ਪਾਰਟਸ ਦੇ ਵਿੱਚ ਫਿਰ ਡਿਵਾਈਡ ਕਰਤਾ, ਐਗਰੀਕਲਚਰ ਕ੍ਰੈਡਿਟ ਤੇ ਅਰਬਨ ਕ੍ਰੈਡਿਟ, ਦੋ ਪਾਰਟ 'ਚ ਡਿਵਾਈਡ ਹੋ ਗਿਆ। ਦੈਨ ਲੌਂਗ ਟਰਮ ਨੂੰ ਦੀ ਕੋਈ ਫਰਦਰ ਜਿਹੜੀ ਹੈ ਡਿਵੀਜ਼ਨ ਨਹੀਂ ਹੈਗੀ। ਦੈਨ ਡਿਵੈਲਪਮੈਂਟ ਬੈਂਕ ਕਿਹੜੇ ਕਿਹੜੇ ਹੁੰਦੇ ਆ, ਕਿਹੜੇ ਹੈ, ਐਗਜ਼ਿਮ ਬੈਂਕ, ਇੰਡਸਟਰੀਅਲ ਬੈਂਕ ਤੇ ਐਗਰੀਕਲਚਰ ਬੈਂਕ। ਠੀਕ ਹੈ, ਦੈਨ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂ। ਉਸ ਤੋਂ ਬਾਅਦ ਕੀ ਹੈ, ਜੋ ਆਪਾਂ ਗੱਲ ਕੀਤੀ ਸੀ ਕਿ ਦੋ ਤਰ੍ਹਾਂ ਦੇ ਬੈਂਕ ਹੈ, ਪ੍ਰਾਈਵੇਟ ਸੈਕਟਰ ਬੈਂਕ ਤੇ ਪਬਲਿਕ ਸੈਕਟਰ ਬੈਂਕ। ਉਹਨਾਂ ਦੇ ਵਿੱਚੋਂ ਜਿਹੜਾ ਫਸਟ ਹੈ ਉਹ ਹੈ ਪਬਲਿਕ ਸੈਕਟਰ ਬੈਂਕ। ਦੇਖੋ ਪਬਲਿਕ ਸੈਕਟਰ ਬੈਂਕ ਕਿਹੜਾ ਆਉਂਦਾ ਹੈ, ਜਿਹਦੇ ਵਿੱਚ ਕੀ ਹੋਏਗਾ, 51% ਸ਼ੇਅਰ ਹੈ ਜਿਹੜਾ ਉਹ ਕਿਹਦਾ ਹੋਏਗਾ, ਉਹ ਗਵਰਨਮੈਂਟ ਦਾ ਸ਼ੇਅਰ ਹੋਏਗਾ। ਅੱਛਾ, ਹੁਣ ਇਹਦਾ ਵਿੱਚ ਇਹ ਸਮਝੋ ਤੁਸੀਂ, ਆਪਾਂ ਨਾ ਇਹ ਸਮਝਦੇ ਹਾਂ ਵੀ 51% ਸ਼ੇਅਰ ਦਾ ਗਵਰਨਮੈਂਟ ਦਾ, ਇਹਦਾ ਕੀ ਮਤਲਬ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਏਪੈਕਸ ਬੋਡੀ ਹੈ ਨਾ, ਏਪੈਕਸ ਬੋਡੀ ਹੈ ਉਹ ਗਵਰਨਮੈਂਟ ਹੈ। ਹੁਣ ਇਹ ਏਪੈਕਸ ਬੋਡੀ ਦਾ ਮਤਲਬ ਕੀ ਹੁੰਦਾ, ਏਪੈਕਸ ਬੋਡੀ ਦਾ ਮਤਲਬ ਹੁੰਦਾ ਹੈ ਕਿ ਮੇਨ ਡਿਸੀਜ਼ਨ ਮੇਕਿੰਗ ਬੋਡੀ ਹੈ ਜਿਹੜੀ, ਉਹ ਕੌਣ ਹੈ, ਉਹ ਗਵਰਨਮੈਂਟ ਹੈ। ਠੀਕ ਹੈ, ਮੇਨ ਡਿਸੀਜ਼ਨ ਮੇਕਿੰਗ ਬੋਡੀ ਕਿਹੜੀ ਹੈ, ਉਹ ਗਵਰਨਮੈਂਟ ਹੈ। ਅੱਛਾ, ਉਸ ਤੋਂ ਬਾਅਦ ਜੇ ਆਪਾਂ ਇਹਨਾਂ ਦੀਆਂ ਐਗਜ਼ਾਮਪਲਸ ਕਰੀਏ ਤਾਂ ਐਗਜ਼ਾਮਪਲਸ ਅਗਰ ਆਪਾਂ ਦੇਖੀਏ ਤਾਂ ਕਿਹੜੀਆਂ ਕਿਹੜੀਆਂ, SBI ਹੈ। ਠੀਕ ਹੈ, ਹੋਰ ਆਪਣੇ ਕੋਲ ਇਹਦੀਆਂ ਐਗਜ਼ਾਮਪਲ ਹੈਗੀਆਂ ਬੈਂਕ ਆਫ ਇੰਡੀਆ ਤੋਂ ਇਲਾਵਾ ਬੈਂਕ ਆਫ ਬੜੌਦਾ। ਤਾਂ ਇਹ ਇਹਦੀਆਂ ਐਗਜ਼ਾਮਪਲਸ ਹੈ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਪ੍ਰਾਈਵੇਟ ਸੈਕਟਰ ਬੈਂਕਸ। ਤਾਂ ਪ੍ਰਾਈਵੇਟ ਸੈਕਟਰ ਬੈਂਕ ਕਿਹੜੇ ਹੈ, ਪ੍ਰਾਈਵੇਟ ਸੈਕਟਰ ਬੈਂਕ ਉਹ ਵਾਲੇ ਬੈਂਕ ਹੈ ਜਿਹੜੇ ਬੈਂਕ ਦੇ ਵਿੱਚ ਕੀ ਹੈ, ਉਹ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਦੇ ਹੱਥ 'ਚ ਕਮਾਂਡ ਹੈ। ਹੁਣ ਦੇਖੋ ਪ੍ਰਾਈਵੇਟ ਸੈਕਟਰ ਬੈਂਕ ਹੈ ਜਿਹੜੇ, ਉਹ ਬਣਦੇ ਕਿਵੇਂ ਹੈ, ਤਾਂ ਜਿਹੜੇ ਪ੍ਰਾਈਵੇਟ ਸੈਕਟਰ ਬੈਂਕ ਹੈ ਜਿਹੜੇ ਉਹ ਇਹ ਕਿਸ ਅਕੋਰਡਿੰਗ ਬਣਦੇ ਆ, ਐਕਟ ਆਫ 1956 ਦੇ ਅਕੋਰਡਿੰਗ, ਐਕਟ ਆਫ 1956 ਲਿਮਟਿਡ ਕੰਪਨੀਜ਼ ਦੇ ਅਕੋਰਡਿੰਗ ਪ੍ਰਾਈਵੇਟ ਸੈਕਟਰ ਹੈ ਜਿਹੜੇ ਉਹ ਬਣਾਏ ਗਏ ਆ। ਤਾਂ ਆਪਾਂ ਇੱਕ ਜਿਹੜੀ ਕੁਇਕ ਰਿਵੀਜ਼ਨ ਹੈ, ਇਹ ਵੇਖੋ ਉਹ ਚੀਜ਼ ਕੀ ਹੈ। ਕੁਇਕ ਰਿਵੀਜ਼ਨ ਆਪਾਂ ਨੂੰ ਕੀ ਕਹਿ ਰਹੀ ਹੈ ਕਿ ਆਪਣੇ ਕੋਲ ਦੋ ਤਰ੍ਹਾਂ ਦੇ ਬੈਂਕ ਹੈ। ਇੱਕ ਬੈਂਕ ਦਾ ਨਾਮ ਆਪਾਂ ਦਿੱਤਾ ਹੈ ਪਬਲਿਕ ਸੈਕਟਰ ਬੈਂਕ, ਇੱਕ ਬੈਂਕ ਦਾ ਆਪਾਂ ਨਾਮ ਦਿੱਤਾ ਹੈ ਪ੍ਰਾਈਵੇਟ ਸੈਕਟਰ ਬੈਂਕ। ਪਬਲਿਕ ਸੈਕਟਰ ਬੈਂਕ ਦੇ ਵਿੱਚ ਕੀ ਹੈ, 51% ਸਟੇਕ ਗਵਰਨਮੈਂਟ ਦਾ। ਠੀਕ ਹੈ, ਤਾਂ ਇਹਦਾ ਮਤਲਬ ਕੀ ਸੀ ਵੀ ਏਪੈਕਸ ਬੋਡੀ ਕਿਹੜੀ ਹੈ, ਉਹ ਗਵਰਨਮੈਂਟ ਹੈ। ਪ੍ਰਾਈਵੇਟ ਸੈਕਟਰ ਬੈਂਕ ਦੇ ਵਿੱਚ ਕੀ ਹੈ, ਕਿਹਦੇ ਅੰਡਰ ਬਣਿਆ, ਐਕਟ ਆਫ 1956 ਦੇ ਅੰਡਰ। ਠੀਕ ਹੈ, ਨਾ ਸਾਰਾ ਕੁਝ ਸੀ ਆਪਣੇ ਕੋਲ। ਉਸ ਤੋਂ ਬਾਅਦ ਦੇਖਦੇ ਹਾਂ ਆਪਾਂ, ਉਸ ਤੋਂ ਬਾਅਦ ਆ ਗਿਆ ਨੈਕਸਟ ਆਪਾਂ ਕੀ ਡਿਸਕਸ ਕਰਨਾ ਹੈ, MIS ਸਿਸਟਮ ਕਿਹਦੇ ਵਿੱਚ ਡਿਸਕਸ ਕਰਨਾ ਆਪਾਂ MIS ਸਿਸਟਮ ਡਿਸਕਸ ਕਰਨਾ ਹੈ ਕਿਹਦੇ ਵਿੱਚ, ICICI ਬੈਂਕ ਦੇ ਵਿੱਚ ਤੇ SBI ਬੈਂਕ ਦੇ ਵਿੱਚ। ਠੀਕ ਹੈ, ਅੱਛਾ, ਉਸ ਤੋਂ ਬਾਅਦ ਨੈਕਸਟ ਚੀਜ਼ ਹੈ, ਨੈਕਸਟ ਆਪਾਂ ਅੱਗੇ ਚੱਲਦੇ ਹਾਂ। ਨੈਕਸਟ ਦੇਖੋ, ਉਸ ਤੋਂ ਬਾਅਦ ਆ ਗਿਆ ਹਿਸਟਰੀ ਆਫ SBI। ਤੇ ਜੇ ਆਪਾਂ SBI ਨੂੰ ਸਮਝਣਾ ਤਾਂ ਉਸ ਤੋਂ ਪਹਿਲਾਂ ਆਪਾਂ ਨੂੰ SBI ਦੀ ਜਿਹੜੀ ਹਿਸਟਰੀ ਹੈ ਉਹ ਸਮਝਣੀ ਪਏਗੀ। ਤਾਂ SBI ਦੀ ਹਿਸਟਰੀ ਬੜੀ ਸਿੰਪਲ, ਆਪਾਂ ਨੂੰ ਯਾਦ ਕਰਨੀ ਵੀ ਈਜ਼ੀ ਹੈ। ਤਾਂ ਦੇਖੋ ਕੀ ਹਿਸਟਰੀ SBI ਦੀ। ਦੇਖੋ ਪਹਿਲਾਂ ਕੀ ਸੀਗਾ, ਪੁਰਾਣੇ ਟਾਈਮ ਤੇ ਨਾ ਕਿਹੜਾ ਸੀਗਾ, ਬੈਂਕ ਆਫ ਕੈਲਕਟਾ। ਕਿਹੜਾ, ਬੈਂਕ ਆਫ ਕੈਲਕਟਾ। ਠੀਕ ਹੈ, ਉਸ ਤੋਂ ਬਾਅਦ ਉਹਨੂੰ ਰੀਨੇਮ ਕਰ ਦਿੱਤਾ ਗਿਆ ਬੈਂਕ ਆਫ ਬੰਗਾਲ। ਉਸ ਤੋਂ ਬਾਅਦ ਕੀ ਹੋਇਆ, ਤਿੰਨ ਬੈਂਕ ਸੀ ਉਹਨਾਂ ਨੂੰ ਮਰਜ ਕਰਕੇ, ਕਿਹੜੇ ਕਿਹੜੇ ਆ, ਬੈਂਕ ਆਫ ਬੰਗਾਲ, ਬੈਂਕ ਆਫ ਬੰਬੇ, ਬੈਂਕ ਆਫ ਮਦਰਾਸ। ਅਗਰ ਯਾਦ ਰੱਖਣਾ ਤਾਂ ਆਪਾਂ BBM ਤੋਂ ਇਹਨੂੰ ਯਾਦ ਰੱਖ ਸਕਦੇ ਹਾਂ, ਬੈਂਕ ਆਫ ਬੰਬੇ, ਬੈਂਕ ਆਫ ਬੰਗਾਲ, ਬੈਂਕ ਆਫ ਮਦਰਾਸ। ਇਹਨਾਂ ਤਿੰਨਾਂ ਨੂੰ ਮਰਜ ਕਰਕੇ ਕੀ ਬਣਾਇਆ ਗਿਆ, ਇੱਕ
ਇੰਪੀਰੀਅਲ ਬੈਂਕ ਆਫ ਇੰਡੀਆ ਤਿਆਰ ਕੀਤਾ ਗਿਆ। ਠੀਕ ਹੈ, ਇਹਨਾਂ ਤਿੰਨਾਂ ਨੂੰ ਮਰਜ ਕਰਕੇ ਆਪਣੇ ਕੋਲ ਕੀ ਤਿਆਰ ਕੀਤਾ ਗਿਆ, ਇੰਪੀਰੀਅਲ ਬੈਂਕ ਆਫ ਇੰਡੀਆ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਨੈਕਸਟ ਜਿਹੜੀ ਚੀਜ਼ ਆਪਾਂ ਜੇ ਗੱਲ ਕਰੀਏ, ਉਸ ਤੋਂ ਬਾਅਦ ਦੇਖੀਏ ਤਾਂ ਆਪਾਂ ਇੰਪੀਰੀਅਲ ਬੈਂਕ ਆਫ ਇੰਡੀਆ ਜਿਹੜਾ ਉਹ ਕਿਸ ਟਾਈਮ ਤੇ ਬਣਿਆ ਸੀ, ਤਾਂ ਇੰਪੀਰੀਅਲ ਬੈਂਕ ਆਫ ਇੰਡੀਆ ਜਿਹੜਾ ਉਹ ਆਪਣੇ ਕੋਲ ਬਣਿਆ ਸੀ, ਕਿਸ ਡੇਟ ਨੂੰ ਬਣਿਆ ਸੀ, 1921 ਨੂੰ ਇੰਪੀਰੀਅਲ ਬੈਂਕ ਆਫ ਇੰਡੀਆ। ਅੱਛਾ, ਕੀ ਇੱਥੇ ਗੱਲ ਖਤਮ ਹੁੰਦੀ ਹੈ? ਤੇ ਇੱਥੇ ਨਹੀਂ ਗੱਲ ਖਤਮ ਹੁੰਦੀ, ਫਰਦਰ ਫਿਰ ਚੇਂਜਿਸ ਆਉਣਗੀਆਂ। ਇੰਪੀਰੀਅਲ ਬੈਂਕ ਆਫ ਇੰਡੀਆ ਨੂੰ ਚੇਂਜ ਕਰਕੇ ਕੀ ਬਣਾ ਦਿੱਤਾ ਗਿਆ, ਇੰਪੀਰੀਅਲ ਬੈਂਕ ਆਫ ਇੰਡੀਆ ਨੂੰ ਚੇਂਜ ਕਰਕੇ ਕੀ ਬਣਾ ਦਿੱਤਾ ਗਿਆ, SBI। ਤਾਂ ਕਦੋਂ ਇਹਦਾ ਨਾਮ ਚੇਂਜ ਹੋਇਆ, ਤਾਂ ਇਹਦਾ ਨਾਮ ਚੇਂਜ ਹੋਇਆ 1955 ਦੇ ਵਿੱਚ, 1955 ਦੇ ਵਿੱਚ SBI। ਅੱਛਾ, ਹੁਣ SBI ਜਦੋਂ ਬਣਿਆ ਤਾਂ ਇਹਨੂੰ ਨੈਸ਼ਨਲਾਈਜ਼ ਵੀ ਕੀਤਾ ਗਿਆ, ਤਾਂ ਇਹਦਾ ਐਕਟ ਕਿਹੜਾ ਹੈ, SBI ਐਕਟ, ਕਿਹੜਾ ਐਕਟ ਹੈ, SBI ਐਕਟ 1955। ਕੀ ਐਕਟ ਦਾ ਨਾਮ ਹੈ, SBI ਐਕਟ 1955। ਠੀਕ ਹੈ, ਉਸ ਤੋਂ ਬਾਅਦ ਕੀ ਹੋਇਆ, ਨੈਕਸਟ ਈਅਰ ਇਹਦੇ ਵਿੱਚ ਕੀ ਹੋਇਆ, ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਜੈਪੁਰ, ਸਟੇਟ ਬੈਂਕ ਆਫ ਤਿਰਵਨਕੋਰ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਇੰਦੌਰ, ਸਟੇਟ ਬੈਂਕ ਆਫ ਸੌਰਾਸ਼ਟਰਾ ਤੇ ਸਟੇਟ ਬੈਂਕ ਆਫ ਪਟਿਆਲਾ ਜਿਹੜੇ ਆ ਉਹ ਸਬਸਿਡਰੀਜ਼ ਬਣ ਗਈਆਂ SBI ਦੀਆਂ। ਠੀਕ ਹੈ, ਇਹ ਸਿੰਪਲ ਜਿਹਾ ਸੀ SBI ਦੀ ਹਿਸਟਰੀ। ਦੈਨ ਆਪਾਂ ਹੁਣ ਗੱਲ ਕਰਦੇ ਹਾਂ ਕੀ ਹੈ, ਸਰਵਿਸਿਜ਼ ਪ੍ਰੋਵਾਈਡਡ ਬਾਈ SBI। ਤਾਂ ਦੇਖੋ ਸਰਵਿਸ ਕਿਹੜੀਆਂ ਕਿਹੜੀਆਂ SBI ਪ੍ਰੋਵਾਈਡ ਕਰਦਾ, ਬਿਜ਼ਨਸ ਲੋਨ ਦਿੰਦਾ ਹੈ, ਅਕਾਊਂਟ ਨੂੰ ਚੈੱਕ ਕਰਦਾ ਹੈ, ਅਕਾਊਂਟ ਕਿਹੜੇ ਕਿਹੜੇ ਹੋ ਸਕਦੇ ਆ, ਸੇਵਿੰਗ ਅਕਾਊਂਟ ਹੋ ਸਕਦਾ ਹੈ, ਕਰੰਟ ਅਕਾਊਂਟ ਹੋ ਸਕਦਾ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਕਹਿੰਦੇ, ਡੈਬਿਟ ਐਂਡ ਕ੍ਰੈਡਿਟ ਕਾਰਡ। ਡੈਬਿਟ ਐਂਡ ਕ੍ਰੈਡਿਟ ਕਾਰਡ ਕਿਹੜੇ ਹੁੰਦੇ ਆ, ਜਦੋਂ ਇੱਕ ਤਰ੍ਹਾਂ ਦੀ ਆਪਾਂ ਇਹ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਦੀ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਇੱਕ ਤਰ੍ਹਾਂ ਦੇ ਆਪਣੇ ATMs ਹੈ। ਉਸ ਤੋਂ ਬਾਅਦ ਆ ਗਿਆ ਮਰਚੈਂਟ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ, ਕ੍ਰੈਡਿਟ ਕਾਰਡ ਪ੍ਰੋਸੈਸਿੰਗ ਐਂਡ ਐਟਸੈਟਰਾ। ਦੈਨ ਆਪਾਂ ਅੱਗੇ ਫਰਦਰ ਚੱਲਦੇ ਹਾਂ, ਨੈਕਸਟ ਜੋ ਆਪਣੀ ਸਲਾਈਡ ਹੈ ਇਹਦੇ ਵਿੱਚ ਕਹਿੰਦਾ ICICI ਜਿਹੜਾ ਬੈਂਕ ਹੈ, ICICI ਬੈਂਕ ਹੈ ਜਿਹੜਾ ਉਹ ਬਣਿਆ ਕਦੋਂ ਸੀ, 1955 ਦੇ ਵਿੱਚ। ਕਿਹਦੀ ਹੈਲਪ ਨਾਲ ਬਣਿਆ ਸੀ, ਤਿੰਨ ਸੀ, ਵਰਲਡ ਬੈਂਕ ਸੀ, ਉਸ ਤੋਂ ਬਾਅਦ ਸੀ ਗਵਰਨਮੈਂਟ ਆਫ ਇੰਡੀਆ, ਉਸ ਤੋਂ ਬਾਅਦ ਕਿਹੜਾ ਹੈ, ਇੰਡੀਅਨ ਇੰਡਸਟਰੀ। ਇਹ ਤਿੰਨ ਜਿਹੜੀਆਂ ਮੇਨ ਬੋਡੀਜ਼ ਹੈ ਰਲ ਕੇ ਇਹਨਾਂ ਨੇ SBI ਬਣਾਇਆ ਸੀ। ਠੀਕ ਹੈ, ਉਸ ਤੋਂ ਬਾਅਦ ਕੀ ਕੀਤਾ ਗਿਆ, ਇਹਨੂੰ SBI ICICI ਬਣਾਇਆ, ਔਰ ICICI ਹੈ ਜਿਹੜਾ ਉਹ 1994 ਦੇ ਵਿੱਚ ਇੱਕ ਫਾਈਨੈਂਸ਼ੀਅਲ ਇੰਸਟੀਟਿਊਟ ਤਿਆਰ ਕੀਤੀ ਗਈ ਅੰਡਰ ICICI ਲਿਮਟਿਡ। ਠੀਕ ਹੈ, ICICI ਬਣਿਆ ਕਦੋਂ, 1955 ਦੇ ਵਿੱਚ, ਔਰ 1994 ਦੇ ਵਿੱਚ ICICI ਲਿਮਟਿਡ ਇੱਕ ਫਾਈਨੈਂਸ਼ੀਅਲ ਜਿਹੜੀ ਇੰਸਟੀਟਿਊਸ਼ਨ ਹੈ ਉਹ ਤਿਆਰ ਕੀਤੀ ਗਈ ਹੈ। ਠੀਕ ਹੈ, ਅੱਛਾ, ਉਸ ਤੋਂ ਬਾਅਦ ਆਪਾਂ ਨੈਕਸਟ ਅੱਗੇ ਚੱਲਦੇ ਹਾਂ। ਨੈਕਸਟ ਕੀ ਹੈ, ਸਰਵਿਸਿਜ਼ ਬਾਈ ICICI। ਤਾਂ ਫਸਟ ਕੀ ਹੈ, ਅਕਾਊਂਟ ਨੂੰ ਮੈਨੇਜ ਕਰਦਾ। ਅਕਾਊਂਟ ਅਗੇਨ ਬੈਂਕ ਦੇ ਵਿੱਚ ਕਿਹੜੇ ਹੋਣਗੇ, ਸੇਵਿੰਗ ਅਕਾਊਂਟ ਤੇ ਕਰੰਟ ਅਕਾਊਂਟ। ਠੀਕ ਹੈ, ਇਹਨਾਂ ਨੂੰ ਕਾਸਾ ਵੀ ਕਹਿ ਦਿੰਦੇ ਆ। ਕਾਸਾ ਮਤਲਬ ਕਰੰਟ ਐਂਡ ਸੇਵਿੰਗ ਅਕਾਊਂਟ, ਕਾਸਾ, ਕਰੰਟ ਐਂਡ ਸੇਵਿੰਗ ਅਕਾਊਂਟ, ਕਾਸਾ। ਉਸ ਤੋਂ ਬਾਅਦ ਫੰਡ ਟ੍ਰਾਂਸਫਰ ਕਰਨਾ। ਫੰਡ ਟ੍ਰਾਂਸਫਰ ਮਤਲਬ ਤੁਸੀਂ ਆਨਲਾਈਨ ਫੰਡ ਟ੍ਰਾਂਸਫਰ ਕਰ ਸਕਦੇ ਹੋ। ਫਿਰ ਕਾਰਡਲੈਸ ਕੈਸ਼ ਵਿਡਰਾਲ ਹੋ ਸਕਦਾ ਇਹਦੇ ਵਿੱਚ। ਕਾਰਡਲੈਸ ਮਤਲਬ ਵਿਦਾਊਟ, ਕਾਰਡਲੈਸ ਮਤਲਬ ਕੀ ਹੈ, ਵਿਦਾਊਟ ATM। ਉਸ ਤੋਂ ਬਾਅਦ ਪੇ ਯੂਟਿਲਿਟੀ ਬਿੱਲ। ਠੀਕ ਹੈ, ਆਪਾਂ ਬਿੱਲ ਪੇ ਕਰ ਸਕਦੇ ਹਾਂ, ਕ੍ਰੈਡਿਟ ਕਾਰਡ ਦੇ ਥਰੂ ਪੇਮੈਂਟ ਕਰ ਸਕਦੇ ਹਾਂ, ਕ੍ਰੈਡਿਟ ਕਾਰਡ। ਉਸ ਤੋਂ ਬਾਅਦ ਕੀ ਹੈ, ICICI ਰਿਕਰਿੰਗ ਡਿਪੋਜ਼ਿਟ ਅਕਾਊਂਟ। ਇਹਦੇ ਵਿੱਚ ਕਿਹੜੇ FD ਤੇ RDs ਵੀ ਖਿਲਾ ਸਕਦੇ ਹਾਂ, FD ਤੇ RD। ਅੱਛਾ, ਉਸ ਤੋਂ ਬਾਅਦ ਆਪਾਂ ਨੈਕਸਟ ਅੱਗੇ ਚੱਲਦੇ ਹਾਂ। ਨੈਕਸਟ ਚੀਜ਼ ਕੀ ਹੈ, ਵਟ ਇਜ਼ MIS। MIS ਕੀ ਹੁੰਦਾ ਹੈ, ਤਾਂ MIS ਦੀ ਫੁੱਲ ਫਾਰਮ ਹੁੰਦੀ ਹੈ ਮੈਨੇਜਮੈਂਟ। MIS ਸਟੈਂਡ ਫॉर ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ। ਠੀਕ ਹੈ, ਅੱਛਾ, ਉਸ ਤੋਂ ਬਾਅਦ ਦੇਖੋ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਹੁੰਦਾ ਕੀ ਹੈ। ਤਾਂ ਦੇਖੋ ਹੁੰਦਾ ਕੀ ਹੈ, ਪੀਪਲ ਕੀ ਕਰਦੇ ਆ, ਡਿਪੋਜ਼ਿਟ ਕਰਦੇ ਆ ਤੇ ਬੋਰੋ ਕਰਦੇ ਆ ਤੇ ਬੈਂਕ ਦੇ ਵਿੱਚ ਮਨੀ ਨੂੰ ਡਿਪੋਜ਼ਿਟ ਕਰਦੇ ਆ। ਠੀਕ ਹੈ, ਹੁਣ ਇਹ ਹੋਏਗਾ ਕਿ ਇਹ ਜਿਹੜੇ ਡਿਪੋਜ਼ਿਟ ਹੈ ਨਾ, ਇਹ ਅਲੱਗ-ਅਲੱਗ ਤਰ੍ਹਾਂ ਦੇ ਹੋਣਗੇ। ਇਹ ਡਿਪੋਜ਼ਿਟ ਵੀਕਲੀ ਹੋ ਸਕਦਾ ਹੈ। ਠੀਕ ਹੈ, ਇਹ ਡਿਪੋਜ਼ਿਟ ਫੋਰਟਨਾਈਟਲੀ ਹੋ ਸਕਦਾ ਹੈ, ਇਹ ਡਿਪੋਜ਼ਿਟ ਮੰਥਲੀ ਹੋ ਸਕਦਾ ਹੈ, ਇਹ ਡਿਪੋਜ਼ਿਟ ਕੁਆਟਰਲੀ ਹੋ ਸਕਦਾ ਹੈ, ਇਹ ਡਿਪੋਜ਼ਿਟ ਹਾਫ ਈਅਰਲੀ ਹੋ ਸਕਦਾ ਹੈ। ਠੀਕ ਹੈ, ਹੁਣ ਇਹ ਹੋਇਆ ਕਿ ਆਪਾਂ ਇਹਨੂੰ ਸਮਝਦੇ ਹਾਂ, ਇੱਕ ਪਰਸਨ ਆਇਆ ਆਮ, ਉਹਨੇ ਕੀਤਾ ਕੀ, ਉਸ ਪਰਸਨ ਨੇ ਕੀਤਾ ਕੀ ਹੈ, ਇੱਕ ਪਰਸਨ ਨੇ ਆ ਕੇ ਬੈਂਕ ਦੇ ਵਿੱਚ ਮਨੀ ਲੈ ਕੇ ਆਇਆ। ਮਨੀ ਉਹਨੇ ਕੀ ਕੀਤੀ, ਪਰਸਨ ਨੇ ਬੈਂਕ ਦੇ ਵਿੱਚ ਡਿਪੋਜ਼ਿਟ ਕਰਾਤੀ। ਠੀਕ ਹੈ, ਅੱਛਾ, ਹੁਣ ਇਹ ਬੈਂਕ ਹੈ ਜਿਹੜਾ ਉਹਦੀ ਸਾਰੀ ਇਨਫੋਰਮੇਸ਼ਨ ਕਿਹਨੂੰ ਕਰੇਗਾ,
RBI ਨੂੰ ਸੈਂਡ ਕਰ ਦੇਗਾ। ਇਹ ਕੀ ਹੈ ਹੁਣ, ਇਹੀ ਸਾਰੀ ਮੈਨੇਜਮੈਂਟ ਹੈ। ਆਪਾਂ ਜੇ ਕਹੀਏ ਨਾ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਕੀ ਹੈ, ਤਾਂ ਮਨੀ ਪੀਪਲ ਦੀ ਕਹਿੰਦੇ ਕੋਲ ਆਈ ਹੈ, ਬੈਂਕ ਕੋਲ ਆਈ ਹੈ, ਬੈਂਕ ਨੇ ਆ ਸਾਰੀ ਕੀ ਹੈ, ਇਹ ਮੈਨੇਜਮੈਂਟ ਹੈ। ਤੇ ਆਪਾਂ ਕੀ ਕਿਹਾ, ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਕੀ ਹੈ, ਜੋ ਵੀ ਮਨੀ ਆਪਣੇ ਕੋਲ ਆ ਰਹੀ ਹੈ ਜਾਂ ਬੈਂਕ ਕੋਲ ਜੋ ਵੀ ਮਨੀ ਆ ਰਹੀ ਹੈ, ਉਸ ਤੋਂ ਬਾਅਦ RBI ਕੋਲ ਜਾ ਰਹੀ ਹੈ, ਤਾਂ ਆ ਸਾਰੀ ਡਿਟੇਲ, ਇਹ ਸਾਰੀ ਜਿਹੜਾ ਸਰਕਲ ਹੈ, ਇਹ ਸਿਸਟਮ ਹੈ ਸਾਰਾ, ਇਹਨੂੰ ਕਹਿੰਦੇ ਆ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ। ਹਾਂਜੀ, ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਆਪਾਂ। ਦੇਖੋ ਇਹਦੇ 4 ਲੈਵਲ ਹੈ, 4 ਲੈਵਲ ਹੈ। ਜੇ ਆਪਾਂ ਡਾਊਨ ਤੋਂ ਅਪ ਤੱਕ ਦੀ ਗੱਲ ਕਰੀਏ ਤਾਂ ਇਹਦੇ 4 ਲੈਵਲ ਹੈ। ਕਿਹੜੇ ਕਿਹੜੇ 4 ਲੈਵਲ ਹੈ, ਇਹ ਦੇਖਦੇ ਹਾਂ ਆਪਾਂ। ਤਾਂ ਫਸਟ ਹੈ ਟ੍ਰਾਂਜੈਕਸ਼ਨ ਪ੍ਰੋਸੈਸ ਸਿਸਟਮ, ਜਿਹੜਾ ਕਿਸ ਲੈਵਲ ਤੇ ਹੋਏਗਾ, ਵਰਕਰ ਲੈਵਲ ਤੇ। ਕਿਸ ਲੈਵਲ ਤੇ ਹੋਏਗਾ, ਟ੍ਰਾਂਜੈਕਸ਼ਨ ਪ੍ਰੋਸੈਸ ਸਿਸਟਮ ਵਰਕਰ ਲੈਵਲ ਤੇ ਹੋਏਗਾ। ਠੀਕ ਹੈ। ਅੱਛਾ, ਉਸ ਤੋਂ ਬਾਅਦ ਟ੍ਰਾਂਜੈਕਸ਼ਨ ਪ੍ਰੋਸੈਸ ਸਿਸਟਮ ਕਿੱਥੇ ਹੋ ਗਿਆ, ਵਰਕਰ ਲੈਵਲ ਤੇ ਹੋ ਗਿਆ। ਦੈਨ ਹੋ ਗਿਆ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ। ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਕਿੱਥੇ ਆਏਗਾ, ਮਿਡਲ ਮੈਨੇਜਮੈਂਟ ਤੇ। ਦੈਨ ਸੀਨੀਅਰ ਮੈਨੇਜਮੈਂਟ ਕਿੱਥੇ ਆਏਗਾ, ਡਿਸੀਜਨ ਸਪੋਰਟ ਸਿਸਟਮ। ਦੈਨ ਐਗਜ਼ੀਕਿਊਟਿਵ ਕਿਹੜਾ ਹੈ, ਐਗਜ਼ੀਕਿਊਟਿਵ ਨੇ ਇੰਡੀਪੈਂਡੈਂਟ ਕੰਮ ਕਰਨਾ ਆਪਦਾ। ਫਾਈਨਲ ਜਿਹੜਾ ਸਾਰਾ ਡਿਸੀਜਨ ਮੇਕਿੰਗ ਹੋਏਗੀ, ਜੋ ਵੀ ਡਾਟਾ ਦੀ ਸਟੋਰਿੰਗ ਹੋਏਗੀ, ਜੋ ਕੁਛ ਵੀ ਉਹ ਕਰੇਗਾ, ਫਾਈਨਲ ਡਿਸੀਜਨ ਕਿਸਦਾ ਹੋਏਗਾ, ਤਾਂ ਫਾਈਨਲ ਜਿਹੜਾ ਡਿਸੀਜਨ ਆ ਐਗਜ਼ੀਕਿਊਟਿਵ ਇਨਫੋਰਮੇਸ਼ਨ ਸਿਸਟਮ ਦਾ ਹੋਏਗਾ। ਡਨ। ਚਲੋ ਆਪਾਂ ਅੱਗੇ ਚੱਲਦੇ ਹਾਂ। ਨੈਕਸਟ ਦੇਖੋ, what is transaction processing system। ਤਾਂ ਇਹਦੇ ਵਿੱਚ 3 ਪੁਆਇੰਟਸ ਆ ਜਿਹੜੇ ਉਹ ਆਪਣੇ ਲਈ ਸਮਝਣੇ ਜ਼ਰੂਰੀ ਹੈ। 3 ਪੁਆਇੰਟਸ ਕਿਹੜੇ ਕਿਹੜੇ ਆ, ਦੇਖੋ ਫਸਟ ਕੀ ਹੈ, ਟ੍ਰਾਂਜੈਕਸ਼ਨ ਪ੍ਰੋਸੈਸ ਸਿਸਟਮ ਕਿਹੜਾ ਹੈ, ਇਹ ਬਿਲਕੁਲ ਕਿੱਥੇ ਹੈ, ਐਟ ਦਾ ਬੋਟਮ ਲੈਵਲ। ਕਿੱਥੇ ਹੈ, ਐਟ ਦਾ ਬੋਟਮ ਲੈਵਲ, ਕਿਸੇ ਵੀ ਪਿਰਾਮਿਡ ਦੇ ਵਿੱਚ ਬੋਟਮ ਲੈਵਲ ਤੇ ਹੈ। ਠੀਕ ਹੈ। ਉਸ ਤੋਂ ਬਾਅਦ ਇਹ ਕਿੰਦੇ ਦੁਆਰਾ ਡਾਇਰੈਕਟਲੀ ਆਪਰੇਟ ਕੀਤਾ ਜਾਂਦਾ ਹੈ, ਸ਼ੋਪ ਫਲੋਰ ਵਰਕਰ ਦੇ, ਮਤਲਬ ਜਿਹੜੇ ਗਰਾਊਂਡ ਲੈਵਲ ਤੇ ਵਰਕ ਕਰਦੇ ਆ ਨਾ, ਕਿੱਥੇ ਵਰਕ ਕਰਦੇ ਆ, ਗਰਾਊਂਡ ਲੈਵਲ ਤੇ ਵਰਕ ਕਰਦੇ ਆ, ਉਹਨਾਂ ਦੇ ਦੁਆਰਾ ਆਪਰੇਟ ਕੀਤਾ ਜਾਂਦਾ। ਠੀਕ ਹੈ। ਦਿਸ ਡਾਟਾ ਇਜ਼ ਯੂਜ਼ਲੀ obtained ਥਰੂ ਦਾ ਆਟੋਮੈਟਿਕ ਔਰ ਸੈਮੀ ਆਟੋਮੈਟਿਕ ਟ੍ਰੈਫਿਕ ਆਫ ਲੋਅ ਲੈਵਲ ਐਕਟੀਵਿਟੀਜ਼ ਐਂਡ ਬੇਸਿਕ ਟ੍ਰਾਂਜੈਕਸ਼ਨ। ਮਤਲਬ ਜਿਹੜਾ ਇਹ ਡਾਟਾ ਸਾਰਾ ਇਕੱਠਾ ਹੋਏਗਾ, ਕਿੱਥੋਂ ਹੋਏਗਾ, ਇਹ ਬੇਸਿਕ ਟ੍ਰਾਂਜੈਕਸ਼ਨਸ ਤੋਂ ਇਕੱਠਾ ਹੋਏਗਾ ਸਾਰਾ ਡਾਟਾ। ਠੀਕ ਹੈ। ਉਸ ਤੋਂ ਬਾਅਦ ਦੇਖਦੇ ਹਾਂ ਆਪਾਂ, ਇੱਕ ਆਪਣੇ ਕੋਲ ਇੱਕ ਡਾਟਾ ਪ੍ਰੋਸੈਸਿੰਗ ਰਿਕੁਆਇਰਮੈਂਟ ਜਾਂ ਉਹਦੇ ਫੰਕਸ਼ਨ ਆਫ TCS ਹੈ। ਤਾਂ ਆਪਾਂ ਇਸ ਫੰਕਸ਼ਨ ਨੂੰ ਸਮਝਦੇ ਇੱਕ ਫਲੋ, ਇੱਕ ਟੇਬਲ ਦੇ ਥਰੂ। ਦੇਖੋ ਪਹਿਲਾਂ ਕੀ ਹੋਇਆ, ਟ੍ਰਾਂਜੈਕਸ਼ਨ ਔਰ ਇਵੈਂਟ ਆਏ, ਦੈਨ ਉਸ ਤੋਂ ਬਾਅਦ ਪ੍ਰੋਸੈਸਿੰਗ ਹੋਈ ਹੈ, ਵੈਲੀਡੇਸ਼ਨ ਹੋਈ ਹੈ। ਵੈਲੀਡੇਸ਼ਨ ਮਤਲਬ ਇੱਕ ਜਿਹੜਾ ਡਾਟਾ ਸਟੋਰ ਪਿਆ, ਜਿਵੇਂ ਫੋਰ ਐਗਜ਼ਾਮਪਲ ਰਾਮ ਕੁਮਾਰ ਦਾ ਡਾਟਾ ਸੀ, ਰਾਮ ਕੁਮਾਰ ਦਾ ਡਾਟਾ ਕਿੰਨੇ ਟਾਈਮ ਤੱਕ ਵੈਲਿਡ ਹੈ, ਜਿਵੇਂ ਉਹਨੇ FD 3 ਮੰਥ ਦੀ ਕਰਾਈ ਹੋਈ, 3 ਮੰਥ ਤੋਂ ਬਾਅਦ ਅਗਰ ਉਹ FD ਤੋੜਾ ਲੈਂਦਾ ਹੈ, then ਇੱਕ ਸਟੋਰ ਤੋਂ ਬਾਅਦ 3 ਮੰਥ ਤੋਂ ਬਾਅਦ ਸਿਰਫ ਇੱਕ ਸਟੋਰ ਹੋ ਕੇ ਰਹਿ ਜਾਏਗਾ ਡਾਟਾ ਹੁੰਦਾ ਹਨਾ, ਉੱਤੇ ਮੇਨ ਲੈਵਲ ਤੇ। ਉਸ ਤੋਂ ਬਾਅਦ ਉਹਦੇ 'ਚ ਕੋਈ ਚੇਂਜਿੰਗ ਨਹੀਂ। ਦੈਨ ਸੋਰਟਿੰਗ ਦਾ ਮਤਲਬ ਕੀ ਹੈ, ਡਿਫਰੈਂਸ਼ੀਏਟ ਕਰਨਾ, ਅਲੱਗ-ਅਲੱਗ ਦੇਖਣਾ, ਦੈਨ ਉਹਦੀ ਲਿਸਟ ਤਿਆਰ ਕਰਨੀ, ਮਰਜਿੰਗ, ਇਹ ਸਾਰਾ ਪ੍ਰੋਸੈਸਿੰਗ ਐਂਡ ਤੇ ਆਏਗਾ। ਔਰ ਆਊਟਪੁੱਟ ਲੈਵਲ ਤੇ ਕੀ ਹੋਏਗਾ, ਉਹਦੀ ਲਿਸਟ ਮਿਲੇਗੀ, ਡਿਟੇਲ ਰਿਪੋਰਟ ਤਿਆਰ ਹੋ ਜਾਏਗੀ। ਡਿਟੇਲ ਰਿਪੋਰਟ ਫਰਦਰ ਕਿੱਥੇ ਸੈਂਡ ਹੋਏਗੀ, ਜਿਵੇਂ ਹੁਣੇ ਆਪਾਂ ਸਮਝਿਆ, ਕਿੰਨੇ ਕੋਲ ਸੈਂਡ ਹੋ ਜਾਏਗੀ ਫਰਦਰ, ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਕੋਲ ਫਰਦਰ ਸੈਂਡ ਹੋ ਜਾਏਗੀ। ਦੈਨ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਆ ਗਿਆ। ਮੈਨੇਜਮੈਂਟ ਸਿਸਟਮ ਨੇ, ਇਨਫੋਰਮੇਸ਼ਨ ਸਿਸਟਮ ਨੇ ਕੀ ਕਰਨਾ ਹੈ, ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਕਿਹੜਾ ਪਹਿਲੇ ਨੰਬਰ ਤੇ ਸੈਂਟਰ ਲੈਵਲ ਤੇ ਹੈ। ਇਹਦੇ ਵਿੱਚ ਹੋਣਗੇ ਕੀ, ਜਿਵੇਂ ਮੈਂ ਹਾਈਲਾਈਟ ਕੀਤਾ, ਮਿਡਲ ਮੈਨੇਜਰ ਹੋਣਗੇ, ਸਮੂਥ ਰਨਿੰਗ ਦੇ ਵਿੱਚ ਹੈਲਪ ਕਰਨਗੇ। ਕੀ ਹੈਲਪ ਕਰਨਗੇ, ਸਮੂਥ ਰਨਿੰਗ ਦੇ ਵਿੱਚ ਹੈਲਪ ਕਰਨਗੇ। ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਪਾਂ ਚੱਲਦੇ ਹਾਂ ਅਗਲਾ। ਤਾਂ ਉਸ ਤੋਂ ਬਾਅਦ ਆ ਗਿਆ ਡਿਸੀਜਨ ਸਪੋਰਟ ਸਿਸਟਮ। ਡਿਸੀਜਨ ਸਪੋਰਟ ਸਿਸਟਮ ਕੀ ਹੈ, ਜੋ ਇਨਫੋਰਮੇਸ਼ਨ ਐਗਜ਼ਿਸਟਿੰਗ ਇਨਫੋਰਮੇਸ਼ਨ ਆ ਗਈ, ਇਹਨੇ ਉਹ ਅੰਡਰਸਟੈਂਡ ਕਰਨੀ। ਦੇਖੋ ਡਿਸੀਜਨ ਸਪੋਰਟ ਸਿਸਟਮ ਕੈਨ ਬੀ ਸੀਨ ਐਜ਼ ਏ ਨੋਲੇਜ ਬੇਸਡ ਸਿਸਟਮ used by senior manager which facilitate the creation of knowledge and allow its integration into the organization। ਮਤਲਬ ਉਹ ਆਪਦੀ ਨੌਲੇਜ ਨੂੰ ਵਿੱਚ ਯੂਜ਼ ਕਰਨਗੇ, ਪਲੱਸ ਕੀ ਹੋਏਗਾ, these system are often used to analyze existing structure। ਮਤਲਬ ਕੀ ਆ, ਹੁਣ ਇਹਨੂੰ ਆਪਾਂ ਐਂ ਸਮਝਦੇ ਹਾਂ। ਤਾਂ ਦੇਖੋ ਡਿਸੀਜਨ ਮਤਲਬ ਜਿਹਨੇ ਡਿਸੀਜਨ ਲੈਣਾ। ਠੀਕ ਹੈ। ਹੋਇਆ ਕੀ, ਜਿਵੇਂ ਆਪਾਂ ਪਹਿਲਾਂ ਐਗਜ਼ਾਮਪਲ ਰਹੀ ਹੈ, ਰਾਮ ਕੁਮਾਰ ਨੇ ਆਪਦੀ ਡਿਟੇਲ ਹੈ ਜਿਹੜੀ ਉਹ ਪਹੁੰਚ ਚੁੱਕੀ ਹੈ ਅੱਗੇ। ਹੁਣ ਉਹ ਕੀ ਹੈ, ਉਹ ਡਿਟੇਲ ਗਰਾਊਂਡ ਲੈਵਲ ਤੋਂ ਆਈ ਹੈ, ਤਾਂ ਉਹ ਆਲਰੇਡੀ ਸਟੋਰ ਇਨਫੋਰਮੇਸ਼ਨ ਆਈ ਹੈ, ਪਲੱਸ ਕੋਈ ਹੋਰ ਐਡੀਸ਼ਨਲ ਇਨਫੋਰਮੇਸ਼ਨ ਐਡ ਕਰਨੀ ਹੈ। ਉਹਦਾ ਡਿਸੀਜਨ ਕਿਹੜੀ ਬੋਡੀ ਦੇ ਕੋਲ ਹੋਏਗਾ, ਇਨਫੋਰਮੇਸ਼ਨ ਐਡ ਕਰਨ ਦਾ, ਕੁਛ ਚੇਂਜ ਕਰਨ ਦਾ। ਠੀਕ ਹੈ। ਤਾਂ ਉਹ ਸਾਰਾ ਡਿਸੀਜਨ ਕਿਹਦੇ ਕੋਲ ਹੋਏਗਾ, ਇਸ ਡਿਸੀਜਨ ਸਪੋਰਟ ਸਿਸਟਮ ਦੇ ਕੋਲ।
ਨੈਕਸਟ EIS, ਠੀਕ ਹੈ, ਐਗਜ਼ੀਕਿਊਟਿਵ ਇਨਫੋਰਮੇਸ਼ਨ ਸਿਸਟਮ। ਐਗਜ਼ੀਕਿਊਟਿਵ ਇਨਫੋਰਮੇਸ਼ਨ ਸਿਸਟਮ ਕਿੱਥੇ ਹੈ? ਐਗਜ਼ੀਕਿਊਟਿਵ ਇਨਫੋਰਮੇਸ਼ਨ ਸਿਸਟਮ ਕਿੱਥੇ ਹੈ? ਐਟ ਦਾ ਟੋਪ ਆਫ ਦਾ ਲੈਵਲ, ਠੀਕ ਹੈ। ਇਹਦੇ ਵਿੱਚ ਕਿਹੜੇ ਆਣਗੇ? ਸੀਨੀਅਰ ਮੈਨੇਜਰ ਆਣਗੇ, ਜਿਹੜੇ ਹੋਲ ਇਨਵਾਇਰਮੈਂਟ ਨੂੰ ਕਰਨਗੇ। ਔਰ ਫਾਈਨਲੀ ਜਿਹੜਾ ਐਗਜ਼ੀਕਿਊਟ ਡਿਜ਼ਾਈਨ ਟੂ ਆਪਰੇਟ ਡਾਇਰੈਕਟਲੀ ਬਾਈ ਐਗਜ਼ੀਕਿਊਟ, ਜਿਹੜਾ ਕਿਹਦੇ ਦੁਆਰਾ ਹੋਏਗਾ? ਐਗਜ਼ੀਕਿਊਟ ਦੁਆਰਾ ਹੋਏਗਾ, ਠੀਕ ਹੈ। ਔਰ ਇਹ ਸਾਰਾ ਫਾਈਨਲੀ ਹੈ ਜਿਹੜਾ ਉਹ ਪ੍ਰੋਸੈਸ ਹੈ ਜਿਹੜੀ ਸਾਰੀ ਉੱਥੇ ਜਾ ਕੇ ਜਿਹੜਾ ਡਾਟਾ ਹੈ ਉੱਥੇ ਜਾ ਕੇ ਜਿਹੜਾ ਉਹ ਸਟੋਰ ਹੋਏਗਾ, ਠੀਕ ਹੈ। ਹਾਂਜੀ, ਨੈਕਸਟ ਦੇਖਦੇ ਹਾਂ ਆਪਾਂ। ਦੇਖੋ ਇੱਕ ਟਿਪੀਕਲ ਆਰਗੇਨਾਈਜੇਸ਼ਨ ਨਾ ਜਿਹੜੀ ਉਹ ਕਾਹਦੇ ਚ ਡਿਵਾਈਡ ਕੀਤੀ ਜਾ ਸਕਦੀ ਹੈ, ਇਹ ਚੀਜ਼ ਸਮਝਦੇ ਹਾਂ ਆਪਾਂ। ਇੱਕ ਆਰਗੇਨਾਈਜੇਸ਼ਨ ਦਾ ਇੱਕ ਬੈਂਕਿੰਗ ਸਟਰਕਚਰ ਹੈ ਜਿਹੜਾ ਉਹ ਕਿਵੇਂ ਡਿਵਾਈਡ ਕੀਤਾ ਜਾ ਸਕਦਾ ਹੈ। ਤਾਂ ਪਹਿਲਾਂ ਆਏਗਾ ਗਰਾਊਂਡ ਲੈਵਲ ਤੇ, ਜੇ ਆਪਾਂ ਗੱਲ ਕਰੀਏ ਤਾਂ ਪਹਿਲਾਂ ਆਏਗਾ ਆਪਰੇਸ਼ਨਲ ਮੈਨੇਜਰ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਮੈਨੇਜਮੈਂਟ ਲੈਵਲ। ਆਪਰੇਸ਼ਨ ਲੈਵਲ ਜਿਹੜਾ ਹੈਗਾ ਨਾ ਉਹ ਗਰਾਊਂਡ ਲੈਵਲ ਤੇ ਹੈ। ਫਿਰ ਆ ਗਿਆ ਮੈਨੇਜਮੈਂਟ ਲੈਵਲ, ਫਿਰ ਆ ਗਿਆ ਸਟ੍ਰੈਟੇਜਿਕ ਲੈਵਲ। ਆਪਰੇਸ਼ਨਲ ਲੈਵਲ, ਮੈਨੇਜਮੈਂਟ ਲੈਵਲ, ਸਟ੍ਰੈਟੇਜਿਕ ਲੈਵਲ, ਡਨ। ਨੈਕਸਟ ਅੱਗੇ ਚੱਲਦੇ ਹਾਂ ਆਪਾਂ। ਨੈਕਸਟ ਦੇਖੋ, ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਰੋਲ ਆਫ MIS ਇਨ ਬੈਂਕਿੰਗ ਇੰਡਸਟਰੀ। ਹੁਣ ਆਪਾਂ MIS ਦਾ ਰੋਲ ਸਮਝਣਾ ਹੈ, ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦਾ ਰੋਲ ਸਮਝਣਾ ਹੈ ਕਿਹਦੇ ਵਿੱਚ? ਬੈਂਕਿੰਗ ਇੰਡਸਟਰੀ ਦੇ ਵਿੱਚ। ਤਾਂ ਬੜਾ ਸਿੰਪਲ ਜਿਹਾ ਰੋਲ ਹੈ। ਦੇਖੋ ਇਹਨੇ ਕਰਨਾ ਕੀ ਹੈ? ਫਸਟ ਆਫ ਆਲ ਫਾਈਨੈਂਸ਼ੀਅਲ ਸਰਵਿਸਿਜ਼ ਪ੍ਰੋਵਾਈਡ ਕਰਾਉਣੀਆਂ। ਫਾਈਨੈਂਸ਼ੀਅਲ ਸਰਵਿਸ ਮਤਲਬ ਚੈਕਿੰਗ, ਸੇਵਿੰਗ ਅਕਾਊਂਟ, ਪ੍ਰੋਵਾਈਡ ਕ੍ਰੈਡਿਟ ਮਤਲਬ ਮਨੀ, ਠੀਕ ਹੈ। ਦੇਖੋ ਈਜ਼ ਆਫ ਡੂਇੰਗ, ਤਿੰਨ ਕੰਮ ਕਰੇਗਾ। ਈਜ਼ ਆਫ ਡੂਇੰਗ ਬਿਜ਼ਨਸ, ਕੁਆਲਿਟੀ ਆਫ ਪਰਸਨਲ ਐਂਡ ਸਰਵਿਸਿਜ਼, ਦ ਰੇਂਜ ਆਫ ਫਾਈਨੈਂਸ਼ੀਅਲ ਸਰਵਿਸ। ਮਤਲਬ ਇਹਨੇ ਈਜ਼ ਆਫ ਡੂਇੰਗ ਬਿਜ਼ਨਸ ਨੂੰ ਚੈੱਕ ਕਰਨਾ, ਮਤਲਬ ਬਿਜ਼ਨਸ ਕੀ ਹੋ ਰਿਹਾ, ਕਿਸ ਲੈਵਲ ਤੇ ਹੋ ਰਿਹਾ, ਇਸ ਦਾ ਸਾਰਾ ਵਰਕ ਹੈ, ਸਾਰਾ ਕੰਟਰੋਲ ਹੈ। ਜਿਵੇਂ ਬਿਜ਼ਨਸ ਦੇਖੋ ਕਿਵੇਂ ਵੀ ਬੈਂਕ ਕੋਲ ਮਨੀ ਆਈ, ਬੈਂਕ ਨੇ ਉਹੀ ਮਨੀ ਫਰਦਰ ਕਿਸੇ ਹੋਰ ਪਰਸਨ ਨੂੰ ਦੇਤੀ, ਤਾਂ ਬੈਂਕ ਲਈ ਇੱਕ ਬਿਜ਼ਨਸ ਦਾ ਕੰਮ ਕਰ ਰਿਹਾ। ਉਸ ਤੋਂ ਬਾਅਦ ਕੁਆਲਿਟੀ ਆਫ ਪਰਸਨਲ ਐਂਡ ਸਰਵਿਸਿਜ਼, ਕੁਆਲਿਟੀ ਦੇਖਣੀ ਹੈ, ਸਰਵਿਸਿਜ਼ ਦੀ ਕੁਆਲਿਟੀ ਦੇਖਣੀ ਹੈ। ਰੇਂਜ ਆਫ ਫਾਈਨੈਂਸ਼ੀਅਲ ਸਰਵਿਸਿਜ਼, ਕਿੰਨੀ ਫਾਈਨੈਂਸ਼ੀਅਲ ਸਰਵਿਸਿਜ਼ ਕਿਸ ਲੈਵਲ ਤੱਕ ਹੋ ਰਹੀਆਂ, ਠੀਕ ਹੈ। ਇਹ ਸਾਰਾ ਕੰਮ ਜਿਹੜਾ ਇਹ ਬੈਂਕਿੰਗ ਇੰਡਸਟਰੀ ਦਾ ਜਿਹੜਾ ਇਹ ਰੋਲ ਹੈ। ਅੱਛਾ, ਹੁਣ ਇਹਨੇ ਜਿਹੜੀ MIS ਨੇ ਮੈਨੇਜਮੈਂਟ ਨੂੰ ਕਿਹੜੀਆਂ ਰਿਪੋਰਟ, MIS ਨੇ ਮੈਨੇਜਮੈਂਟ ਨੂੰ ਕਿਹੜੀਆਂ ਰਿਪੋਰਟ ਦੇਣੀਆਂ, ਠੀਕ ਹੈ। MIS ਨੇ ਮੈਨੇਜਮੈਂਟ ਨੂੰ ਰਿਪੋਰਟ ਕਿਹੜੀਆਂ ਦੇਣੀਆਂ? ਨੋਨ ਮੂਵਿੰਗ ਅਕਾਊਂਟ ਦੀ ਰਿਪੋਰਟ ਦੇਣੀ ਹੈ। ਜਿਹੜੇ ਅਕਾਊਂਟ ਦੇ ਬੈਲੈਂਸ ਹੈ 50,000 ਤੋਂ ਵੱਧ ਹੈ ਉਹਦੀ ਦੇਣੀ ਹੈ। ਉਸ ਤੋਂ ਬਾਅਦ ਕੀ ਦੇਣੀ ਹੈ? ਅਕਾਊਂਟ ਜਿੰਦਾ ਮਿਨੀਮਮ ਬੈਲੈਂਸ ਹੋ ਗਿਆ ਉਹ ਵਾਲੀ ਰਿਪੋਰਟ ਦੇਣੀ ਹੈ। ਰੈਗੂਲਰ ਪੇਮੈਂਟ ਦੀ ਰਿਪੋਰਟ ਦੇਣੀ ਹੈ। ਰੂਟੀਨ ਕ੍ਰੈਡਿਟ ਦੀ ਰਿਪੋਰਟ ਦੇਣੀ ਹੈ। ਡਿਫਾਲਟ ਲੋਨ ਪੇਮੈਂਟ ਦੀ ਰਿਪੋਰਟ ਦੇਣੀ ਹੈ। ਤੇ MIS ਨੇ ਜਿਹੜੀਆਂ ਇਹ ਸਾਰੀਆਂ ਰਿਪੋਰਟ ਹੈ ਜਿਹੜੀਆਂ ਉਹ ਦੇਣੀਆਂ, ਠੀਕ ਹੈ। ਅੱਛਾ, ਉਸ ਤੋਂ ਬਾਅਦ ਸੈਕਿੰਡ ਚੀਜ਼ ਕੀ ਹੈ ਇਹਦੇ ਵਿੱਚ? ਡਿਲੇ ਕ੍ਰੈਡਿਟ ਚੈੱਕ, ਅਕਾਊਂਟ ਦੇ ਵਿੱਚ ਕੋਈ ਡਿਲੇ ਹੋ ਜਾਂਦਾ ਉਹਦੀ ਰਿਪੋਰਟ ਦੇਣੀ ਹੈ। ਸਡਨ ਅਕਾਊਂਟ ਦੇ